ज़र ज़न ज़मीन। कहा जाता है कि धरती पे होने वाले हर फसाद के पीछे इनमें से एक लफ्ज़ लाजमी मौजूद होता है। अस्सलाम वालेकुम जी, आप देख रहे हैं मुजरिम कौन और मैं शुएब अल्ताफ़ हूँ। नाज़रीन इकराम, आज के प्रोग्राम में हम बात करेंगे फैसलाबाद के थाना तरखानी में पेश आने वाले एक वाक़े की, जहाँ ज़मीन जायदाद का तनाज़ा 5 बच्चियों के बाप की जान ले गया। ज़मीन के टुकड़ों पे रोज़मर्रा में लड़ाइयाँ, झगड़े, फसाद, परिया पंचायत, केसेस, ये नॉर्मल सी बात है और ख़ास तौर पे देही इलाकों में पेश आने वाले ये वाक़यात बहुत ही रूह फरसा होते हैं। फैसलाबाद के थाना तरखानी में ये जो वाक़या पेश आया है, किस तरह से पेश आया, मकतूल कौन था, उसके घर वाले क्या कहते हैं, पुलिस इस मामले में क्या किरदार अदा कर रही है, इन सब बातों पे आज के प्रोग्राम में हम बात करें। फैसलाबाद में थाना तरखानी के इलाके में जायदाद के तनाज़े पर एक शख्स को बेदर्दी से कत्ल कर दिया जाता है। ये ज़मीन जायदाद के तनाज़ात कितनी जानें और लेंगे, किस तरह से इंसानियत से सकती है ज़मीन के छोटे से टुकड़े के लिए। जो कत्ल होने वाला है उसके घर वाले मुद्दई जो हैं वो हमारे साथ मौजूद हैं, मुकदमा के उनसे जानते हैं। अस्सलाम वालेकुम जी, बताइएगा कि अफसोसनाक वाक़या पेश आया, ये कत्ल होने वाले जो हैं उनसे आपका रिश्ता क्या था? मेरा भाई छोटा छोटे भाई थे, नाम क्या था उनका? अमजद अली। अमजद अली को किसने कत्ल किया और क्या वजह थी? अमजद अली ना सईद और आबाद अली पूरा ग्रुप सी जिन्होंने कतल किया थड़ा मार के। आपका उनके साथ कोई पुराना झगड़ा चलता आ रहा है? ਇਹਨਾਂ ਦੇ ਨਜ਼ਦੀਕ ਅਸੀਂ ਜ਼ਮੀਨ ਲਈ ਸੀ ਜੀ। ਇਹ ਜ਼ਮੀਨ ਤੋਂ ਸਾਨੂੰ ਬਲੈਕਮੇਲ ਕਰਦਾ ਸੀ ਕਿ ਸਾਨੂੰ ਪੈਸੇ ਦਿਓ ਜਾਂ ਜ਼ਮੀਨ ਦਿਓ, ਜ਼ਬਰਦਸਤੀ ਕਰਦਾ ਸੀ ਸਾਡੇ ਨਾਲ। ਅਸੀਂ ਉਹਦੀ ਦਰਖਾਸਤ ਵੀ ਦਿੱਤੀ ਹੈ ਸੀਪੀਓ ਸਾਹਿਬ ਨੂੰ ਕਿ ਸਾਡੇ ਨਾਲ ਜ਼ਿਆਦਤੀ ਕਰ ਰਿਹਾ, ਸਾਡੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਹ ਤੋਂ ਚੱਲ ਰਿਹਾ ਨੇ ਸਾਡੇ ਤੋਂ ਝੂਠੇ ਮੁਕੱਦਮੇ ਕੀਤੇ ਆ। ਦਰਖਾਸਤ ਦੇ ਵਿੱਚ ਉਹ ਵੀ ਹੈਗੇ ਆ ਜਿਹੜੇ ਝੂਠੀਆਂ ਦਰਖਾਸਤਾਂ ਦੇ ਕੇ ਸਾਨੂੰ ਬਲੈਕਮੇਲ ਕਰਦਾ ਰਿਹਾ, ਤੁਹਾਡੇ ਨੂੰ ਬੰਦਾ ਮਾਰ ਦੇਣਾ, ਇੱਦਾਂ ਕਰ ਦੇਣਾ। ਤੁਹਾਡਾ ਉਹਨਾਂ ਨਾਲ ਪਹਿਲੇ ਵੀ ਝਗੜਾ ਚੱਲ ਰਿਹਾ ਸੀ ਜ਼ਮੀਨ ਦਾ, ਜਾਇਦਾਦ ਦਾ, ਤੁਸੀਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਹੋਈ ਹੈ। ਅੱਛਾ, ਤੁਸੀਂ ਕੀ ਸਮਝਦੇ ਹੋ ਕਿ ਇੰਨੀਆਂ ਜਦੋਂ ਦਰਖਾਸਤਬਾਜ਼ੀ ਹੋ ਗਈ, ਪਹਿਲੇ ਝਗੜਾ ਵੀ ਚੱਲ ਰਿਹਾ ਤੇ ਪੁਲਿਸ ਨੇ ਤੁਹਾਡੇ ਨਾਲ ਕਿੰਨਾ ਕੁ ਤਾਵਨ ਕੀਤਾ, ਜਾਂ ਇਹ ਉੱਥੇ ਮਾਮਲਾ ਰੁਕ ਕਿਉਂ ਨਹੀਂ ਗਿਆ, ਇਹ ਉੱਥੇ ਖਤਮ ਕਿਉਂ ਨਹੀਂ ਹੋ ਗਿਆ? ਭਾਈ ਜਦੋਂ ਅਸੀਂ ਜ਼ਮੀਨ ਲਈ ਹੈ ਨਾ, ਅਸੀਂ ਕਬਜ਼ਾ ਦਿਵਾ ਗਏ ਬੰਦੇ ਸਾਨੂੰ। ਇਹਨੇ ਸਾਡੇ ਤੇ ਉੱਥੇ ਕੀਤੀ ਸੀ ਫਾਇਰਿੰਗ, ਆਬਾਦ ਵਾਲੀ ਗਰੁੱਪ ਨੇ। ਉਹਦੇ ਵਿੱਚ ਮੁਖਤਲਿਫ ਇਲਾਕਿਆਂ ਦੇ ਬੰਦੇ ਇਸ਼ਤਿਹਾਰੀ ਰਿਹਾ ਵਾ ਬਥੇਰੇ, ਉਹ ਵੀ ਤੁਹਾਨੂੰ ਮੈਂ ਕੰਮ ਦੱਸਦਾ ਜਿਹੜੇ ਇਹਨੇ ਕਰਦੇ ਆ। ਉਹ ਸਾਰੇ ਬੰਦੇ ਇਕੱਠੇ ਕਰਕੇ ਇਹਨੇ ਸਾਡੇ ਤੇ ਫਾਇਰਿੰਗ ਕੀਤੀ ਹੈ। ਉੱਥੇ ਪੁਲਿਸ ਗਈ ਆ, ਉੱਥੇ ਪੁਲਿਸ ਨੇ ਮਦਈ ਬਣ ਕੇ ਸਾਡੇ ਤੇ 324 ਦੇ ਜਿਹੜੇ ਪਰਚੇ ਦੇ ਤੇ 298/24 ਉਹਦਾ ਮੁਕੱਦਮਾ ਨੰਬਰ ਆ। ਉਤੋਂ ਸਾਡਾ ਇਹਨਾਂ ਝੂਠੀਆਂ ਦਰਖਾਸਤਾਂ ਦੇ ਕੇ ਸਾਡੇ ਤੇ ਕੇਸ ਵੀ ਉੱਥੇ ਝੂਠੇ ਕੀਤੇ ਆ। ਉਹ ਸਾਡੇ ਇਹਨਾਂ ਨਾਲ ਚੱਲ ਰਹੇ ਸੀ, ਲੇਕਿਨ ਇਹਨੇ ਸਾਡੇ ਨਾਲ ਗਰੁੱਪ ਬਣਾ ਕੇ ਤੇ ਫਿਰ ਆ ਮੇਰੇ ਭਾਈ ਵਾਲਾ ਕੰਮ ਕਰਤਾ। ਕਿੰਨੀ ਜਗ੍ਹਾ ਸੀ ਜਿਹਦਾ ਇਹ ਰੌਲਾ ਚੱਲਦਾ ਆ ਰਿਹਾ ਹੈ ਔਰ ਕਿੰਨੀ ਦੇਰ ਤੋਂ ਚੱਲਦਾ ਹੈ? ਭਾਈ ਜਾਨ ਰੌਲਾ ਕੋਈ ਵੀ ਨਹੀਂ, ਸਾਨੂੰ ਬਲੈਕਮੇਲ ਕਰਦਾ ਸੀ। ਰੌਲਾ ਨਹੀਂ ਸਾਡੇ ਨਾਲ ਇੱਦਾਂ ਕੋਈ ਵੀ ਹੈਗੀ, ਜ਼ਮੀਨ ਸੀ ਲਾਗੇ ਅਤੇ ਸਾਨੂੰ ਬਲੈਕਮੇਲ ਕਰਦਾ ਸੀ ਕਿ ਮੈਨੂੰ ਪੈਸੇ ਦਿਓ, ਨਹੀਂ ਤਾਂ ਮੈਂ ਬੰਦਾ ਮਾਰ ਦੇਣਾ, ਇੱਦਾਂ ਕਰਦਾ, ਮੈਨੂੰ ਜ਼ਮੀਨ ਦਾ ਕਿੱਲਾ ਦੇ ਦਿਓ। ਇਹ ਬੜਾ, ਇਹ ਤੁਹਾਨੂੰ ਮੈਂ ਸਾਰੀ ਇਹਦੀ ਹਕੀਕਤ ਦੱਸ ਦਾਂਗੇ ਕਿ ਬੜਾ ਤਗੜਾ ਗਰੁੱਪ ਹੈ। ਇਹਨੇ ਪਹਿਲਾਂ ਇਹ ਜੋਧਾਂ ਦਾ ਰੈਸ਼ੀ ਹੈ, ਸ਼ਮੌਨ ਸੀ ਉਹਦਾ ਇਹਦਾ ਨਾਂ। ਉੱਥੇ ਇਹਨੇ ਬੰਦਾ ਕਤਲ ਕੀਤਾ, ਉੱਥੋਂ ਇੱਥੇ ਸਾਡੇ ਆ ਗਿਆ, ਆਪਣੇ ਮਾਮਿਆਂ ਦੇ ਆ ਗਿਆ ਵਾ। ਮਾਮਿਆਂ ਨੇ ਆਣ ਕੇ ਫੜਿਆ ਗਿਆ। ਇੱਥੇ ਇਹਦਾ ਇੱਕ ਚਾਚਾ ਵਾ ਜਿਹੜਾ ਬੇਔਲਾਦ ਸੀ, ਉਹ ਚਾਚਾ ਮਾਰ ਕੇ ਇਹਨੇ ਮੁਖਾਲਫਾਂ 'ਤੇ ਪਾ ਕੇ ਬਰਾਬਰ ਕਰਤਾ। ਉਹ ਕਤਲ ਛੁੱਟਿਆ। ਫਿਰ ਇਹਨੇ ਇੱਕ ਸੰਗਮ ਪੈਟਰੋਲੀਅਮ, ਸ਼ਾਇਦ ਤੁਸੀਂ ਅੱਗੇ ਵੀ ਸੁਣਿਆ, ਉਹ ਲੁੱਟਿਆ। ਉੱਥੇ 2 ਬੰਦੇ ਕਤਲ ਕਰਤੇ, ਉੱਥੇ ਪੈਸੇ ਦੇ ਕੇ ਸੁਲ੍ਹਾ ਕਰਕੇ। ਅਤੇ ਫਿਰ ਇਹ ਜਿਹੜਾ ਬੜਾ ਤਗੜਾ ਇਹਦਾ ਕੋਈ ਗਰੁੱਪ ਹੈ, ਜਿਹੜਾ ਬੜਾ ਖਤਰਨਾਕ ਬੰਦਾ ਵਾ। ਇਹ ਗਰੁੱਪ ਦੇ ਤਹਿਤ ਇਹਨੇ ਜਿਹੜਾ ਸਾਡੇ ਤੋਂ ਉਦੋਂ ਜਿਹੜਾ ਥੜਾ ਮਾਰ ਕੇ ਕੀਤੀ ਆ ਫਾਇਰਿੰਗ, ਤੇ ਉਹਦਾ ਪਰਚਾ ਹੋਇਆ ਵਾ। ਅੱਛਾ, ਮੈਨੂੰ ਤੁਹਾਡੀਆਂ ਗੱਲਾਂ ਤੋਂ ਇਹ ਸਮਝ ਆਈ ਹੈ ਕਿ ਤੁਹਾਡੀ ਇੱਕ ਜ਼ਮੀਨ ਹੈ, ਤੁਹਾਡੀ ਜ਼ਮੀਨ ਦੇ ਨਾਲ ਉਹਦੇ ਉੱਤੇ ਇਹ ਕਰਕੇ ਕਿ ਵੀ ਜਾਂ ਤਾਂ ਇਹ ਜ਼ਮੀਨ ਮੈਨੂੰ ਦੇ ਦਿਓ ਜਾਂ ਤੁਸੀਂ ਮੈਨੂੰ ਇਹਦੇ ਪੈਸੇ ਦੇ ਦਿਓ, ਇਹ ਮੇਰੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਔਰ ਤੁਸੀਂ ਨਹੀਂ ਮੰਨੇ, ਔਰ ਫਿਰ ਉਸ ਦੇ ਜਿਹੜਾ ਨਾ ਉਸ ਚੱਕਰ ਦੇ ਵਿੱਚ ਆ ਕੇ ਤੁਹਾਡੀ ਉਹਦੇ ਨਾਲ ਜਿਹੜੀ ਆ ਉਹ ਲੜਾਈ ਹੋਈ ਹੈ। ਕਿਆ ਇਸ ਦੇ ਵਿੱਚ ਪੁਲਿਸ ਜਾਂ ਇੱਕ ਪਿੰਡਾਂ ਥਾਵਾਂ ਦੇ ਵਿੱਚ ਹੁੰਦਾ ਹੈ ਪੰਚਾਇਤ ਸਿਸਟਮ ਵੀ ਕਿ ਵੱਡੇ ਬਹਿ ਗਏ, ਬਜ਼ੁਰਗ ਬਹਿ ਗਏ, ਇਹਨੂੰ ਨਿਬੇੜ ਲਈਏ, ਕਿਆ ਕੋਈ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਹੀਂ ਹੋਈਆਂ ਸੀ? ਕੀ ਉਹਨਾਂ ਦਾ ਨਤੀਜਾ ਕੀ ਨਿਕਲਿਆ? ਲੇਕਿਨ ਮੰਨਿਆ ਨਹੀਂ ਗਾ। ਇਹ ਕਹਿੰਦਾ ਸੀ ਨਹੀਂ, ਮੈਂ ਇਹਨਾਂ ਝੂਠੇ ਸਟਾਮ ਕਰਾਏ ਸੀ ਕਿ ਮੈਂ ਜ਼ਮੀਨ ਲਈ ਆ। ਹਾਲਾਂਕਿ ਜ਼ਮੀਨ ਸਾਡੇ ਨਾਮ ਆ। ਅਸੀਂ ਸੀਪੀਓ ਸਾਹਿਬ ਨੂੰ ਫਰਦਾਂ ਵੀ ਦਿੱਤੀਆਂ ਵਾ, SHO ਸਾਹਿਬ ਨੂੰ ਵੀ ਫਰਦਾਂ ਦਿਖਾਈਆਂ, ਜ਼ਮੀਨ ਸਾਡੇ ਨਾਮ ਆ। ਇਹਦੀ ਸਿਰਫ ਸਾਡੇ ਨਜ਼ਦੀਕ ਨਾਲ ਦੀ ਜਿਹੜੀ ਜ਼ਮੀਨ ਆ, ਉਹ ਉਸ ਤੋਂ ਕਰਕੇ ਸਾਨੂੰ ਬਲੈਕਮੇਲ ਕਰਦਾ ਰਿਹਾ ਵੀ ਇਹ ਕਾਰੋਬਾਰੀ ਬੰਦੇ ਆ, ਇਹਨਾਂ ਕੋਲ ਮੈਂ ਪੈਸੇ ਜਾਂ ਜ਼ਮੀਨ ਲੈ ਲੈਣੀ। ਅੱਛਾ, ਮੈਨੂੰ ਇਹ ਦੱਸੋ ਕਿ ਕਤਲ ਹੋ ਜਾਣ ਵਾਲਾ ਭਾਈ ਜਿਹੜਾ ਤੁਹਾਡਾ, ਉਹ ਸ਼ਾਦੀशुदा ਹੈ, ਕਿੰਨੇ ਉਹਦੇ ਬੱਚੇ ਨੇ, ਉਹ ਕੀ ਕੰਮ ਕਾਰ ਕਰਦਾ ਸੀ?
ਸ਼ਾਦੀशुदा ਭਾਈ ਅਸੀਂ, ਸਾਡੇ ਘਰ ਬਾਹਰ ਕ੍ਰੇਨ ਤੇ ਉਹਦੀ ਡਿਊਟੀ ਸੀ। 5 ਬੱਚੀਆਂ ਦਾ ਬੱਚਾ ਕੋਈ ਨਹੀਂ। 5 बेटियों का बाप, उनके सर की छत, उनका कफ़ील, उनका सहारा ज़मीन जायदाद के तनाज़े पे छीन लिया जाता है। आखिर हमारे मुआशरे में ये बुराई जो बहुत तेज़ी से पनपती जा रही है, ख़ास तौर पे मैं यहाँ पे ये कहूँगा देही इलाकों में, जहाँ पे आए रोज़ सुनने में ये आता है कि पानी लगाने के तनाज़े पे झगड़ा हो गया, ज़मीन की तकसीम पे झगड़ा हो गया, ज़मीन के कब्ज़े पे झगड़ा हो गया और कीमती जानें ज़मीन के उस टुकड़े पे ज़ाया हो जाती हैं जो मरने वाले के साथ बिल्कुल भी नहीं जाता। ज़मीन वहीं की वहीं पड़ी रहती है, जबकि जाने वाला अपने पीछे बेशुमार सोगवारान को छोड़कर इस दुनिया से चला जाता है। मज़ीद उनके अहले खाना हमारे साथ मौजूद हैं, उनसे बात करते हैं। भाजी दसना कि ਜਦੋਂ ਇਹ ਵਾਕਿਆ पेश आया ਕੀ ਟਾਈਮ ਸੀ, ਕੀ ਦਿਨ ਸੀ ਔਰ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ? ਤਕਰੀਬਨ 10 ਵਜੇ ਦਾ ਵਾਕਿਆ ਸੀ। ਤੋ ਕਾਰੋਬਾਰ ਕਰਦੇ ਸੀ, ਉਹਨਾਂ ਨੇ ਟਰਾਲੀਆਂ ਸੀ, ਕ੍ਰੇਨ ਸੀ, ਉਹ ਮਿੱਟੀ ਸੁੱਟਣ ਜਾਣਾ ਸੀ। ਇਹ ਬੰਦਿਆਂ ਨੇ ਰਾਹ 'ਚ ਥੜਾ ਮਾਰਿਆ ਸੀ ਤੇ ਉਹ ਸਈਦ ਨੇ ਉਹਨੂੰ ਫੈਰ ਮਾਰਿਆ। ਦੂਸਰੇ ਹਵਾਈ ਫਾਇਰਿੰਗ ਕਰਨ ਲੱਗ ਪਏ। ਪਿੱਛੇ ਵੀ ਜਾਣਦੇ ਸੀ, ਆਪਣੇ ਸਾਰੇ ਭਰਾ ਕਾਰੋਬਾਰ ਕਰਦੇ ਸੀ ਤੇ ਉਸਨੂੰ ਜਦੋਂ ਪਤਾ ਲੱਗ ਗਿਆ ਸਾਰੇ ਪਿੰਡ 'ਚ ਹੀ, ਪਿੰਡ ਦੇ ਹੀ ਆ ਸਾਰੇ ਵੀ ਆਹ ਵਕੂਆ ਆਇਆ। ਇਹਨਾਂ ਦੀ ਨਾ ਜ਼ਮੀਨ ਇਹਨਾਂ ਮੁੱਲ ਲਈ ਸੀ ਕਿਸੇ ਬੰਦੇ ਕੋਲੋਂ। ਇਹ ਜਿਹੜਾ ਬੰਦਾ ਬਾਦਲੀ, ਇਹਨੇ ਗਰੁੱਪ ਬਣਾਇਆ ਸੀ। ਇਹ ਇਹਨਾਂ ਨੂੰ ਕਹਿੰਦਾ ਸੀ ਜ਼ਮੀਨ ਮੈਂ ਲਈ, ਤੁਸੀਂ ਨਾ ਲਵੋ। ਤੇ ਉਹ ਇਸ ਗੱਲ ਤੋਂ ਇਹਨੇ ਸਟੇਜ 2 ਲੈ ਲਿਆ। ਕੇਸ ਚੱਲਦਾ ਸੀ ਅੱਗੇ, 1-2 ਦਫਾ ਫਾਇਰਿੰਗ ਵੀ ਹੋਈ ਇਸ ਜ਼ਮੀਨ ਤੋਂ। ਇਹਨਾਂ ਦੇ ਪਰਚੇ ਵੀ ਇਹਨਾਂ ਦੇ ਖਿਲਾਫ ਹੋਏ ਆ। ਇਹ ਕੋਈ 5-4 ਮਹੀਨੇ ਦਾ ਕੇਸ ਚੱਲਣ ਡਿਆ। ਉਹ ਇੱਕ ਦਿਨ ਪਹਿਲੋਂ ਇਹਨਾਂ ਦੇ ਖਿਲਾਫ ਉਹਨੇ ਥੜਾ ਮਾਰਿਆ, ਉਦੋਂ ਇਹਨਾਂ ਦਾ ਬਚਾਅ ਹੋ ਗਿਆ। ਉੱਤੋਂ ਦੀ ਬੁਲਾ ਕੇ ਨੰਗੇ ਪਏ, ਉਹ ਵੀ ਦਰਖਾਸਤ ਥਾਣੇ ਪਈ ਆ। ਤੇ ਫਿਰ ਆ ਉਦੋਂ ਨੇ ਥੜਾ ਮਾਰਿਆ, ਉਦੋਂ ਨੇ ਕਾਮਯਾਬ ਹੋ ਗਿਆ ਇਸ ਗੱਲ 'ਚ। ਜਰੈਮ ਪੇਸ਼ਾ ਬੰਦਾ ਹੈ, ਪਹਿਲਾਂ ਯੋਧਾਂ 'ਚ ਇਹਨੇ ਬੰਦਾ ਮਾਰਿਆ, ਉੱਥੋਂ ਇੱਥੇ ਆ ਗਿਆ। ਇੱਥੋਂ ਫਿਰ ਇਹਨਾਂ ਨੇ ਡਕੈਤੀ ਕੀਤੀ ਪੈਟਰੋਲ ਪੰਪ ਟੋਟਲ ਵਾਲਿਆਂ ਦਾ ਬਾਈਪਾਸ ਦੇ ਉੱਤੇ। ਉਹਦੇ ਵਿੱਚੋਂ ਫਿਰ ਕੋਈ ਪੈਸੇ ਪੂਸੇ ਦੇ ਕੇ। ਮੈਨੂੰ ਇਹ ਗੱਲ ਦੱਸੋ ਕਿ ਜਿਸ ਦਿਨ ਇਹ ਵਕੂਆ ਹੋਇਆ, ਮਕਤੂਲ ਜਿਹੜਾ ਹੈ ਉਹ ਇਕੱਲਾ ਸੀ ਜਾਂ ਕਾਫੀ ਸਾਰੇ ਲੋਕ ਕਿਸੇ ਮਤਲਬ ਸਫ਼ਰ ਕਿਸ ਤਰ੍ਹਾਂ ਕਰ ਰਹੇ ਸੀ? ਇਹ ਇੱਕ ਉਸ ਮੋਟਰਸਾਈਕਲ ਤੇ ਸੀ, ਦੂਸਰੇ ਮੋਟਰਸਾਈਕਲ ਦੇ ਮੇਰੇ ਭਰਾ ਆਉਂਦੇ ਸੀ ਨਾਲ ਹੀ। ਇਹ ਜਾਂਦੇ ਸੀ ਕਾਰੋਬਾਰ ਤੇ, ਆਪਣੇ ਟਰਾਲੀਆਂ ਨਹੀਂ ਚੱਲਦੀਆਂ ਸੀ, ਮਿੱਟੀ ਸੁੱਟਦੇ ਸੀ ਕਿਤੇ। ਉਹ ਅੱਗੇ ਅੱਗੇ ਮੋਟਰਸਾਈਕਲ ਤੇ ਆਉਂਦਿਆ ਸੀ, ਦੂਸਰੇ ਪਿੱਛੇ 2 ਮੋਟਰਸਾਈਕਲ ਹੋਰ ਆਉਂਦੇ ਸੀ। ਜਾਣਾ ਕਾਰੋਬਾਰ ਤੇ ਵੀ ਕਰਦੇ, ਕੋਈ ਡਰਾਈਵਰੀ ਕਰਦਾ ਕ੍ਰੇਨ ਦੀ, ਕੋਈ ਟਰੈਕਟਰ ਦੀ। ਤੇ ਉਹ ਅੱਗੇ ਸੀ ਥੋੜ੍ਹਾ ਜਿਹਾ, ਕੋਈ 2-4 ਕਰਮਾਂ ਜਿਵੇਂ ਮੋਟਰਸਾਈਕਲ ਬੰਦੇ ਰਲ ਕੇ ਜਾਂਦੇ, ਕੋਈ ਅੱਗੇ ਨੰਗਾ, ਕੋਈ ਪਿੱਛੇ ਰਹਿ ਗਿਆ। ਤੇ ਉੱਥੇ ਚੌਂਕ ਸਾਡੇ ਪਿੰਡ ਦੇ ਵਿੱਚ ਆਏ, ਉੱਥੇ ਉਹਨੂੰ ਫਾਇਰ ਮਾਰਿਆ। ਜਿਹੜੇ ਪਿੱਛੇ ਸੀ ਉਹ ਭੱਜ ਕੇ ਗਾਂਹ ਆਉਣ ਲੱਗੇ। ਅੱਗੋਂ ਦੂਸਰੇ ਬੰਦੇ ਹਵਾਈ ਫਾਇਰਿੰਗ ਕਰਨ ਲੱਗ ਪਏ। ਇੱਕ ਸਈਦ ਨੇ ਫਾਇਰ ਮਾਰਿਆ ਵਾ, सीने च लगा फायर और मौके ते ਫਾਇਰ ਲੱਗਾ ਉੱਥੇ। ਬਸ ਇੱਥੋਂ ਫਾਇਰ ਲੱਗਾ, ਉੱਥੇ ਵੀ ਜਾ ਕੇ ਡਿੱਗ ਪਿਆ। ਕਿੰਨੇ ਭਾਈ ਨੇ ਮਕਤੂਲ ਜਿਹੜੇ, ਟੋਟਲ ਕਿਤਨੇ ਭਾਈ ਨੇ ਔਰ ਹੁਣ ਉਹਦੇ ਬੱਚਿਆਂ ਦਾ ਸਿਸਟਮ ਜਿਹੜਾ ਉਹ ਕਿੱਦਾਂ ਚੱਲੇ? ਉਹ ਤਾਂ ਅੱਲਾ ਹੀ ਚਲਾਉਣਾ। ਭਾਈ ਤੇ 6 ਨੇ, 5 ਰਹਿ ਗਏ ਮਗਰ। कत्ल छुपते थे कभी संग की दीवार के बीच, अब तो खुलने लगे मक्तल भरे बाजार के बीच। जायदाद ज़मीन के तनाज़ात रोज़मर्रा की बुनियाद पर लोगों की जान ले रहे हैं, जो कि एक लम्हा फ़िक्रिया है। इस्लामाबाद के इलाका थाना तरखानी में कत्ल का जो अफसोसनाक वाक़या पेश आया, उसकी एफआईआर इस वक्त मेरे हाथ में मौजूद है 623/24, जिसमें ताज़ीरात पाकिस्तान की 4 दफ़ात जो हैं वो उसका इंदराज किया गया है। ज़ेर दफ़ा 302, 109, 148 और 149। इसमें अमजद नामी एक शख्स को जो है वो एम्बुश किए हुए लोगों ने जो है वो बेदर्दी से कत्ल कर दिया। मेरे साथ गाजी आदिल गुलफाम मौजूद हैं, SHO थाना तरखानी। उनसे तफसीलात जानते हैं। बहुत शुक्रिया आदिल भाई। अच्छा, सबसे पहले तो ये बताइएगा कि हमें हमारे सोर्सेज से ये भी पता चला है कि इस जो वाक़या है इसका एक बाकायदा बैकग्राउंड है, इसकी एक हिस्ट्री है पूरी। वो क्या है, वो हमारे नाज़रीन को बताइए। अच्छा जी, ये ना 4 माह कबल तकरीबन, जब मैं इधर नई नई तैनाती हुई थी, तकरीबन 4.5 माह या 5 माह कबल ना 1-5 पर सुबह कॉल मसूल होती है कि चिताली ककड़ा में 2 पार्टियों के दरमियान फायरिंग हो रही है। तो मैं मौका पर गया, मेरी मोबाइल गई मौका पर।
تو ادھر تو کافی فائرنگ ہوئی دو پارٹیوں کی آپس میں. اصل میں یہ واقعہ اس کا ہی ایک ہے، اس واقعے کی ایک کڑی ہے یہ. تو جب میں ادھر موقع پر گیا تو ادھر دو پارٹیاں، ایک عباد علی گروپ اور ایک بھولا گروپ. ایک 4 ایکڑ جگہ ہے جو کہ متنازع ہے. اس جگہ کا بیک گراؤنڈ یہ ہے کہ عباد علی نے پہلے اس جگہ کو کچھ پیسے دے کر اپنے نام کروا لی، کچھ کا سٹام کروا لیا، لیکن باقی پیسے نہ دے سکا. تو یہ جو دوسری بھولا پارٹی ہے اس نے سارے پیسے ٹوٹلی دے کے جگہ اپنے نام کروا لی تھی. ان کا آپس میں تنازعہ تھا. اس دوران انہوں نے فائرنگ کی ایک دوسرے پر. میں نے پکڑ لیا دونوں پارٹیوں کو، خود مدعی بن کر میں نے پرچہ دیا، ویپن بھی برآمد ہوا. لیکن اس کے بعد ایسا ہوا کہ جیل سے واپس آ گئے جیل سے، تو ان کا آپس میں نے ادھر ہی روم میں، ساتھ والے روم میں بٹھا کر دونوں پارٹیوں کو بلوا کر ان کا پیچ اپ کروا دیا. میرے سامنے تو دونوں نے کہا ٹھیک ہے جی جو ہے وہ ہو گیا، اب عدالت میں دیکھا جائے گا، ہم کوئی ایسا کام نہیں کرتے. لیکن یہ واقعہ لیکن دل میں انہوں نے رکھی بات، تو یہ واقعہ پیش آ گیا کہ وہ آپ کے سامنے ہے ساری. لیکن یہ کڑی اس واقعے کی ہے. یہ جو قتل ہو گیا اس میں بھولا گروپ ہے، یہ اس کا امجد ہے آدمی، اس کو فائر لگا اور وہ مر گیا. اچھا، مقتول اور ملزم دونوں گروپس ہیں اور ان کا ایک پرانا تنازع جو ہے وہ آپ کہہ رہے ہیں کہ اس پہ ہے، اور اس میں پولیس نے انٹروین کیا. سب سے پہلے پولیس خود مدعی بنی اور اس کو ریزالو کرنے کی کوشش کی، لیکن اس پہ کامیابی نہیں مل سکی. اچھا، ابھی کیا ہے، جو ملزمان ہیں وہ سارے گرفتار ہو گئے ہیں، اور یہ جو واقعہ پیش آیا ہے یہ دراصل کس طرح کوئی ایمبوش کیے ہوئے لوگ تھے، باقاعدہ پلاننگ کے تحت ہوا یا سڈن تھا یہ؟ اصل میں وہ تو انویسٹیگیشن اب ہوگی، انویسٹیگیشن میں سارے معاملات کلیئر ہو گئے. بمطابق ایف آئی آر تو مدعی بیانی ہے کہ وہ بیٹھے ہوئے تھے ڈال کر آپس میں اس کے انتظار میں تھے. تو جو ہی مقتول گزرا ہے تو انہوں نے آگے سے فائرنگ کر دی ہے. باقی انویسٹیگیشن ہوگی، کیونکہ مین اللہ پاک کا یہ کرم ہے کہ ہم نے مین فائرر، یہ تو ایگزیکٹ درست ہے، اس نے فائر اس نے کیا ہے اور بندہ مار دیا ہے، وہ قابو کر لیا ہم نے، وہ ہماری حراست میں ہے. تو ڈی ایس پی صاحب ہمارے ہیں سرکل سمندری کے، عرفان الحق صاحب، وہ فوری موقع پر آ گئے اور پولیس ترخانی موقع پر پہنچ گئی. ڈی ایس پی صاحب نے اپنی سپرویژن میں ملزم کو قابو کر لیا. اچھا عادل بھائی، ایک ٹرینڈ سیٹ ہو گیا ہے دیہی علاقوں میں خاص طور پہ کہ چھوٹی چھوٹی باتوں پہ چھوٹے تنازعات جو ہیں، جیسے کہتے ہیں میری زمین کا تم نے 2 مرلے ادھر کر لیے، 1 مرلہ ادھر کر لیا، پانی زیادہ وقت کے لیے لگا لیا، یہ میں نے خریدا تھا، یہ میرا حق بنتا ہے. یہ زمین جائیداد کے تنازع پہ در پہ زندگیاں نگل رہے ہیں. وجہ کیا ہے؟ ان کی روک تھام کیسے ممکن ہے؟ روک تھام بھائی جان، سب سے پہلے تو آپ کو بھی پتہ ہے کہ قتل جو ہے نا وہ کافی پرانی ایک کہاوت ہے. اس کی وجہ ہی زر زمین ہے، یہ اس وجہ سے ہوتا ہے. اصل میں لوگوں میں برداشت جو ہے نا وہ دین سے ہے. تھوڑا جا لگاؤ اگر رکھیں ہر بندہ دین کے معاملات میں، تھوڑا سا سمجھ بوجھ کر لے، تھوڑا سا صبر کر لے، تھوڑی سی برداشت کر لے. اب وہ جس جگہ سے ہم دیکھیں وہ چلا گیا، اس کی 5 بیٹیاں غالباً ہیں، بالکل چھوٹی ہیں، کوئی 2 سال کی، کوئی 5 سال کی، کوئی 7 سال کی. وہ تو اللہ نے رزق بھی دینا ہے، وہ بڑی بھی ہوگی، لیکن باپ کا سایہ اٹھ گیا. اب وہ زمین کدھر گئی، سارا کچھ جس کی وجہ سے لڑائی ہوئی. اس کے لیے برداشت ضروری ہے. میں بھی آپ کے ذریعے یہی پیغام دوں گا لوگوں کو کہ آپ اندر برداشت پیدا کریں. برداشت ہوگی، ایک دوسرے کو بندہ درگزر کرے گا تو ایسے معاملات نہ ہوں گے. اگر یہی ایسے ہی ہوتا رہا تو پھر تو رزلٹ آپ کے سامنے ہے سر. اچھا عادل بھائی، یہ جو واقعہ ہوا ہے اس کے جو دیگر ملزمان ہیں وہ ان کے خلاف پولیس کوئی کارروائیاں کر رہی ہے ان کو گرفتار کرنے کے لیے، ان کو حراست میں لینے کے لیے؟ کیونکہ کچھ لوگوں کی یہ پرسیپشن یہ ڈیولپ ہو رہی ہے کہ اگر وہ کھلے آزاد پھریں گے تو مدعیوں کو ان سے جو ہے وہ خطرہ لاحق ہو سکتا ہے. اس سلسلے میں پولیس کیا کر رہی ہے؟ نہیں جی، انشاءاللہ تعالی جو باقی رہ گئے ہیں ہم کوشش کر رہے ہیں جلد سے جلد ان کو بھی ہم کریں اریسٹ. تو انشاءاللہ یہ جلد ہو جائے گا، جلد سے جلد ہوگا انشاءاللہ. اب تک کی جو انویسٹیگیشن ہے اس میں یہ آلہ قتل وغیرہ جو ہے یہ سارے برآمد کر لیے ہیں پولیس نے؟ نہیں، ابھی تو ریمانڈ پر ہے. ملزم کا سعید کا ریمانڈ لے لیا ہے. انشاءاللہ 1 آدھ دن میں دوران ریمانڈ ہی ریکور ہو جائے گا انشاءاللہ تعالی آلہ قتل. اور جو مدعی ہیں ان کا یہ کہنا ہے کہ ہمیں دھمکیاں مل رہی ہیں دوسری، اور باقاعدہ ان کی ایک ہسٹری ہے
आप भी हमें ऑफ कैमरा बता रहे थे कि इनकी बाकायदा कुछ 16 या 17 इन दोनों ग्रुप्स की आपस में हैं। ये ज़रा हमारे नाज़रीन को बताइएगा कि ये क्या मामला है। नहीं, धमकियाँ तो अभी मुझ तक तो नहीं बात पहुंची मदई की तरफ से धमकियाँ वाली, लेकिन ज़ाहिर है जो फ़रार हो गए हैं, पुलिस उनके लिए रेड कर रही है, घरों से भागे हुए हैं वो, फिर उन्होंने थ्रू प्रॉपर किसी और से कोई ऐसा धमकियों का होगा, लेकिन मेरे तक नहीं अभी पहुंची बात। तो हम इंशाल्लाह जल्द से जल्द उनको अरेस्ट कर लेंगे, ये मामला ही ख़त्म हो जाएगा इंशाल्लाह सारा धमकियों। अच्छा, आखिर में हमारे नाज़रीन को बता दें कि आपके नाम के साथ गाजी का लफ्ज़ आता है, इसका क्या बैकग्राउंड? ये अपना 1.5 साल कबल जंग रोड पर गुलफशां चौकी की हदूद में 3 डकैत थे जो रिकॉर्ड याफ्ता भी थे, उनको बस मैंने काबू कर लिया। मेरे साथ एक दोस्त था मेरा, मैं तो यूनिफॉर्म में था, मैं देख कर रहा नहीं गया, मैंने उनको काबू कर लिया, जफ़ा डाल लिया, तो उन्होंने आगे से फायर कर दिया। तो फायर अल्लाह का शुक्र है कि मुझे छू कर ही गुजरा है, लेकिन जैसे भी है अल्लाह पाक ने जान बचा दी। तो तब से महकमे ने फिर मुझे महकमे की तरफ से आपको गाजी का लक़ब दिया गया है। नाज़रीन कराम, आपने गाजी आदिल साहब की गुफ्तगू सुनी है। केस को बड़ी डिटेल में उन्होंने जो है वो ब्रीफ़ किया कि किस तरीके से ये 2 ख़ानदानों के दरमियान ज़मीन का एक तनाज़ा था और वो तनाज़ा इतनी शिद्दत इख्तियार कर गया कि जिसकी नतीजे में जो है वो एक इंसानी जान ज़ाया हुई। बात कर रहे हैं फैसलाबाद के थाना तरखानी में जायदाद के तनाज़े पे होने वाले कत्ल पे हम, और हल्का अहबाब हमारे साथ मौजूद है, भाई उनके दोस्त हमारे साथ मौजूद हैं और उनके वो दोस्त मकतूल के हमारे साथ मौजूद हैं जिन्होंने जाए वक़ुआ पे सबसे पहले पहुंच के उनको रिकवर किया, डेड बॉडी को उठाया। उनसे जानते हैं। भाई, क्या नाम है आपका? मोहम्मद रमज़ान। रमज़ान साहब, दसो कि जिस दिन यह वक़ुआ पेश आया, जिस दिन कत्ल किया गया ਤੁਹਾਡੇ ਦੋਸਤ ਨੂੰ, ਕੀ ਹਾਲਾਤ ਕੀ ਸਨ, ਕਿਸ ਤਰ੍ਹਾਂ ਮਤਲਬ ਇਹ ਵਕੂਆ ਪੇਸ਼ ਆਇਆ ਤੇ ਉਹਨਾਂ ਨੂੰ ਜਦੋਂ ਤੁਸੀਂ ਜਾ ਕੇ ਚੁੱਕੇ ਆ ਤੇ ਕਿਸ ਹਾਲਤ ਸੀ? ਸਰ ਅਸੀਂ ਜਦੋਂ ਸਾਨੂੰ ਘਰੋਂ ਪਤਾ ਚੱਲਿਆ ਨਾ ਵੀ ਚੌਂਕ ਦੇ ਵਿੱਚ ਫਾਇਰਿੰਗ ਹੋਣ ਰਹੀ ਆ, ਉੱਥੇ ਅਮਜਦ ਨਾਮੀ ਕਤਲ ਆਬਾਦ ਤੇ ਸਈਦ ਵਗੈਰਾ ਨੇ ਕਤਲ ਕਰ ਦਿੱਤਾ ਵਾ। ਅਸੀਂ ਇੱਥੋਂ ਦੌੜੇ ਗਏ ਆ, ਅੱਗੇ ਬੇਹੋਸ਼ ਹੋ ਕੇ ਸਾਡਾ ਭਾਈ ਪਿਆ ਸੀ ਰੋਡ ਦੇ ਉੱਤੇ, ਨਾਲ ਮਸਜਿਦ ਆ, ਮਸਜਿਦ ਦੇ ਕੋਲ ਜੰਪ ਉੱਥੇ ਡਿੱਗਿਆ ਪਿਆ ਸੀ। ਅਸੀਂ ਜਾ ਕੇ ਉਹਨੂੰ ਚੁੱਕਿਆ। ਉਸ ਟਾਈਮ ਵੀ ਇਹ ਫਾਇਰਿੰਗ ਕਰਨ ਡਏ ਆ, ਬਾਅਦ ਸਈਦ ਇਹਨਾਂ ਨੇ ਹਵਾਈ ਫਾਇਰਿੰਗ ਉਸ ਟਾਈਮ ਤੱਕ ਕਰਦੇ ਰਹੇ। ਜੋ ਅਸੀਂ ਪਹੁੰਚੇ ਆ ਉਹ ਬੰਦੇ ਕਾਫੀ ਨਿਕਲ ਆਏ ਆ, ਫਿਰ ਆਵਾਮ ਦਾ ਹਜੂਮ ਹੋ ਗਿਆ, ਉਹ ਤੋਂ ਲਾ ਚੁੱਕੀ, ਅਸੀਂ ਲੈ ਕੇ ਚਲ ਗਏ ਆ। ਉਹਨਾਂ ਇੱਕ ਗੱਲ ਕਹੀ ਆ, ਅਮਜਦ ਸਾਹਿਬ ਉਦੋਂ ਥੋੜ੍ਹੀ ਬਹੁਤੇ ਹੋਸ਼ ਦੇ ਵਿੱਚ ਹੈ ਸੀ, ਉਹ ਕਿਹਾ ਸਈਦ ਨੇ ਫਾਇਰ ਮਾਰਿਆ, ਅਰਬਾਜ਼ ਜਿਹੜਾ ਆਬਾਦ ਅਲੀ ਆ ਔਰ ਇਹਦਾ ਵਾਲਦਾ ਨਾਂ ਨੱਥੇ ਖਾਂ। ਇਹ ਸਾਰਾ ਵਕੂਆ ਅੱਗੇ ਵੀ ਇਹ ਤੋਂ ਕੋਈ 6 ਮਹੀਨੇ ਤੋਂ ਸਾਡਾ ਕੇਸ ਨਾਲ ਚੱਲਣ ਡਿਆ। ਮੇਰੀ ਜਿੱਥੇ ਇਹਨਾਂ ਜ਼ਮੀਨ ਲਈ ਆ ਜੀ, ਜਿਵੇਂ ਕਤਲ ਹੋਇਆ ਭਾਈ, ਮੇਰੀ ਜ਼ਮੀਨ ਨੂੰ ਇਹ ਜ਼ਮੀਨ ਦੇ ਨਾਲ ਆ, ਠੀਕ ਆ। ਇਹਨਾਂ ਨੇ ਉੱਥੇ ਤੋਂ ਅੱਜ ਤੋਂ 6 ਮਹੀਨੇ ਪਹਿਲਾਂ ਬਾਅਦ ਇਹਨੇ ਥੜਾ ਮਾਰ ਕੇ, ਇਹ ਮਿਹਨਤੀ ਲੋਕ ਨਾ ਗਰੀਬ ਬੰਦੇ ਆਪਣੀ 100 ਰੁਪਈਆ 200 ਰੁਪਈਆ ਟਰਾਲੀ ਸੁੱਟ ਕੇ ਆਪਣਾ ਕਾਰੋਬਾਰ ਕਰਦੇ ਆ। ਉਹਨੇ ਇਹਨਾਂ ਤੋਂ ਭੱਤਾ ਵਸੂਲਣ ਦੀ ਕੋਸ਼ਿਸ਼ ਕੀਤੀ ਆ। ਉੱਧਰ ਹੀ ਮੈਂ ਆਪਣੀ ਪੈਲੀ 'ਚ ਪੱਠੇ ਕੱਟਣ ਡਿਆ ਜਿੱਦਣ ਇਹਨਾਂ ਦੀ ਫਾਇਰਿੰਗ ਹੋਈ ਆ। ਆਬਾਦ ਅਲੀ ਨੇ ਬਾਹਰੋਂ ਬੰਦੇ ਸੱਦੇ ਆ, ਸਰਗਣਾ ਇਸ਼ਤਿਹਾਰੀ ਦੂਸਰੇ ਬੰਦੇ ਸੱਦ ਕੇ ਉਹਨੇ ਅੰਧਾ ਧੁੰਦੇ ਨਾਲ ਫਾਇਰਿੰਗ ਕੀਤੀ ਆ। ਉਹ ਅੱਲਾ ਦੀ ਜ਼ਾਤ ਨੇ ਇਹਨਾਂ ਨੂੰ ਬਚਾ ਦਿੱਤਾ ਵਾ। ਅੱਗੇ ਟਰਾਲੀ ਆ ਗਈ ਐਨ ਟਾਈਮ, ਇਹਦਾ ਭਾਈ ਜਿਹੜਾ ਵੱਡਾ ਭੋਲਾ ਉਹ ਦੌੜ ਕੇ ਕਿਸੇ ਦੇ ਘਰ ਵਿਚਾਰਾ ਡੇਕੇ ਵੜਿਆ ਵਾ। ਪੁਲਿਸ ਮੌਕੇ ਤੇ ਪਹੁੰਚੀ ਆ, ਪੁਲਿਸ ਮਦਈ ਆ ਇਹਨਾਂ ਦੇ ਕੇਸ ਦੀ, ਤੇ ਉਸ ਬੰਦੇ ਨੇ 8-10 ਬੰਦੇ ਉੱਤੇ ਛਾਤੇ ਲਾ ਕੇ ਚੜਿਆ ਸੀ। ਉਹਦਾ ਕੰਮ ਇਹ ਆ ਕੋਈ ਪਿੰਡ ਦੇ ਵਿੱਚ ਉਹਨੇ ਤੁਸੀਂ ਜਿਹੜਾ ਮਰਜ਼ੀ ਬੰਦਾ ਆ ਕੇ ਸਬੂਤ ਕਰ ਲਓ, ਕੋਈ 40-50 ਘਰਾਂ ਕੋ ਉਹਨੇ ਸਟਾਮ ਜਾਲੀ ਦੇ ਕੇ ਇਹ ਕੋਈ 20 ਲੱਖ ਲਿਆ ਕੇ ਕੋਈ 30 ਲੱਖ ਲਿਆ, ਉਹਨੇ 4-5 ਕਰੋੜ ਦੇਣਾ ਵਾ। ਇੱਕ ਦੋਸਤ ਜਿਹਦੇ ਨਾਲ ਤੁਸੀਂ ਵਕਤ ਗੁਜ਼ਾਰਿਆ ਹੁੰਦਾ ਹੈ, ਜਿਹਦੇ ਨਾਲ ਤੁਸੀਂ ਫਿਰਦੇ ਤੁਰਦੇ ਹੋ, ਜਦੋਂ ਉਹ ਖੂਨ 'ਚ ਲੱਤ-ਪੱਤ ਉਹ ਤੁਸੀਂ ਉਹਨੂੰ ਆਪਣੀ ਗੋਦ 'ਚ ਲੈਂਦੇ ਹੋ ਔਰ ਉਹ ਤੁਹਾਨੂੰ ਲੱਗਦਾ ਹੈ ਕਿ ਪਤਾ ਨਹੀਂ ਮੇਰੇ ਦੋਸਤ ਨੇ ਬਚਣਾ ਹੈ ਕਿ ਨਹੀਂ ਬਚਣਾ, ਉਹਦੇ ਜਿਹੜੇ ਆਖਰੀ ਲਫ਼ਜ਼ ਨੇ ਉਹ ਕੀ ਕੈਫੀਅਤ ਹੈ? ਮੈਂ ਉਹਨੂੰ ਪੁੱਛਣਾ ਚਾਹ ਰਿਹਾ ਤੁਹਾਡੇ ਕੋਲੋਂ ਕਿ ਕਿਹਦਾ ਮਹਿਸੂਸ ਹੁੰਦਾ ਹੈ ਇਨਸਾਨ ਨੂੰ ਕਿ ਜਦੋਂ ਉਹਦਾ ਪਿਆਰਾ ਕੋਈ ਉਹਦੇ ਹੱਥਾਂ 'ਚ ਤੜਫ ਰਿਹਾ ਹੋਵੇ ਔਰ ਆਖਰੀ ਗੱਲਾਂ ਕਰ ਰਿਹਾ ਹੋਵੇ, ਕੀ ਉਦੋਂ ਉਹਦੇ ਆਖਰੀ ਲਫ਼ਜ਼ ਕੀ ਸਨ ਮਕਤੂਲ ਦੇ? ਅਸੀਂ ਸਰ ਜਦੋਂ ਉੱਥੇ ਪਹੁੰਚੇ ਨੇ ਚੌਂਕ ਦੇ ਡੈੱਡ ਬਾਡੀ ਦੇ ਕੋਲ ਪਹੁੰਚੇ ਆ, ਉਹਨੇ ਕਿਹਾ ਯਾਰ ਮੇਰੀਆਂ 5 ਬੱਚੀਆਂ, ਇਹਨਾਂ ਦਾ ਕੀ ਬਣੂਗਾ? ਇਹ ਉਹਦੇ ਅਲਫਾਜ਼ ਸੀ ਉਦੋਂ। जुल्म और फिर उस पर मज़ीद जुल्म ये कि कोई पुरसाने हाल नहीं। इस मुल्क में जान लेना कितना आसान है
ये हमारे गिर्द फैले हुए ये वाक़यात रोज़ की बुनियाद पर, रोज़ाना की बुनियाद पर हमें ये बताते हैं कि इस मुल्क में जुर्म करना कितना सहल है। और हमारे साथ जो भाई मौजूद हैं, भाई क्या कहना चाहेंगे? आप मुद्दई मुकदमा भी हैं, क्या आप एक्सपेक्टेशन रखते हैं, आपकी क्या तवक्को है हुकाम बाला से, गवर्नमेंट से या पुलिस अफसरान से? ਭਾਈ ਯਾਰ ਮੇਰੀ ਸਭ ਤੋਂ ਪਹਿਲਾਂ ਆਰਪੀਓ ਸਾਹਿਬ ਨੂੰ ਦਰਖਾਸਤ ਆ ਕਿ ਬਹੁਤ ਵੱਡਾ ਜ਼ਾਲਮ ਬੰਦਾ ਵਾ, ਇਹਨੇ ਬੜੇ ਵਕੂਏ ਕੀਤੇ, ਇਹਨੂੰ ਕੋਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਜਿਹੜਾ ਆਂਦਾ ਵਕਤ ਕਿਸੇ ਦੀ ਨਾ ਕਰੇ। ਉਸ ਤੋਂ ਹਟ ਕੇ ਮੇਰੀ ਵਜ਼ੀਰ ਆਲਾ ਨੂੰ ਇਹ ਬੜੀ ਦਰਖਾਸਤ ਆ, ਮਿਹਨਤ ਕਰਕੇ ਦਰਖਾਸਤ ਆ ਕਿ ਇਹ ਤੋਂ ਸਖਤ ਜਿਹੜਾ ਨਾ ਇੱਥੇ ਕਦਮ ਚੱਕਿਆ ਜਾਵੇ, ਇਹ ਕੋਈ ਹੋਰ ਕਰ ਨਾ ਜਾੜੇ। ਬਾਕੀ ਜਿਹੜੇ ਸਾਡੇ ਪਿੰਡ ਦੀਆਂ ਅਫਵਾਹਾਂ ਹੁਣ ਉੱਡ ਰਹੀਆਂ ਕਿ ਹੁਣ ਕੋਈ ਹੋਰ ਬੰਦਾ ਮਾਰ ਕੇ ਇਹਨਾਂ ਨੇ ਸਾਡੇ ਤੇ ਪਾਣਾ, ਇਹਦੀ ਵੀ ਅਸੀਂ ਕਹਿੰਦੇ ਕਿ ਅਸੀਂ ਕਾਰੋਬਾਰੀ ਬੰਦੇ ਹਾਂ, ਅਸੀਂ ਤਾਂ ਅੱਗੇ ਉੱਜੜ ਗਏ, ਤੇ ਲਿਹਾਜ਼ਾ ਸਾਡੇ ਤੇ ਕੋਈ शफकत की है। दरिंदों को खुला ना छोड़ा जाए, ये मुद्दई मुकदमा और अहले खाना की दरख्वास्त है RPO फैसलाबाद, CPO फैसलाबाद, वज़ीर आला पंजाब और वज़ीर आज़म पाकिस्तान से कि अगर दरिंदे खुले छोड़ेंगे, दरिंदों को आज़ाद छोड़ेंगे तो वो दरिंदगी से बाज नहीं आएंगे, वो जराइम करते रहेंगे और लोगों के घर उजड़ते रहेंगे। वो लोग, वो दोस्त उनके जो रोज़ाना की बुनियाद पर बैठक लगाया करते थे, जो बैठते थे, जो अपनी औलाद की बातें शेयर किया करते थे। 5 बच्चियों का बाप इस दुनिया से चला जाता है और दोस्त रंजीदा हैं, आबदीदा हैं, हर बात पे मकतूल को याद करके उनकी आंखों में आंसू आते हैं। हमारे साथ ऐसे ही उनके एक दोस्त मौजूद हैं। भाई बताइएगा, आप उनके हमसाए भी हैं और दोस्त भी हैं, क्या महसूस होता है जब अपना एक प्यारा, एक मामूली तनाज़े पे एक वो ज़मीन जो यहीं पे रह जानी है, वो ज़मीन कहीं नहीं जानी लेकिन दुनिया से एक प्यारा चला जाता है, क्या कहना चाहेंगे? ਭਾਈ ਉਹ ਬੱਚੀਆਂ ਦਾ ਕੀ ਬਣੂਗਾ ਜੀ, ਇਹ ਤੇ ਰੱਬ ਦਾ ਸਹਾਰਾ ਜੀ ਉਹਨਾਂ। आपको याद आती है उसकी जब रोज़ाना आप इकट्ठे बैठते थे, क्या बातें होती थी? 24 ਘੰਟੇ ਹੋਈ ਹੈ ਜੀ, ਰੋਣਾ ਹੀ ਨਹੀਂ ਮੁੱਕਦਾ ਸਾਡਾ ਜੀ, ਕਰਨਾ ਹੈ ਕੀ ਹੈ ਕਿਸੇ ਨਾਲ। क्या बातें होती थी आपकी रोज़ाना की बुनियाद पे? कौन सी ऐसी उसकी आदत थी जो आप कहते हैं कि यार वो हर बंदे में नहीं होती? ਜਨਾਬ ਉਹ ਜਿੰਨੇ ਗਰੀਬ ਆ ਨਾ, ਜਦੋਂ ਉਹਦੇ ਕੋਲ 10 ਰੁਪਈਆ ਆਏ ਉਹਨੇ ਕਿਸੇ ਨਾ ਕਿਸੇ ਨੂੰ ਫੜਾਉਣਾ ਵੀ ਦੇ ਦਿਓ ਜੀ। ਅਸੀਂ ਨਾਲ ਮਜ਼ਦੂਰੀ ਕਰਦੇ ਹਾਂ, ਅਸੀਂ ਨਹੀਂ ਮਿਹਨਤ ਕਰਦੇ ਹਾਂ, ਟਰਾਲੀ ਚਲਾਉਂਦੇ ਹਾਂ ਜੀ। और बच्चों के मामले में वो क्या सोचता था, क्या उसकी प्लानिंग थी कि मैं अपनी बच्चियों को किस तरह से तालीम दिलवाऊंगा, क्या उनका फ्यूचर बनाऊंगा? ਤਲੀਮ ਤੇ ਦਿਵਾਉਣੀ ਸੀ ਜੀ ਉਹਨੇ, ਕੋਈ ਸਕੂਲੇ ਭੇਜੀਆਂ ਅਸੀਂ, ਪੜ੍ਹਦੀਆਂ ਨੇ ਬੱਚੀਆਂ, ਨਿੱਕੀਆਂ ਨਿੱਕੀਆਂ ਬੱਚੀਆਂ ਮਾਸੂਮ ਨੇ। क्या कहना चाहेंगे हुकूमत से और आला पुलिस हुकाम से? ਲਿਹਾਜ਼ਾ ਇਹਦਾ ਹੀ ਆ ਜੀ, ਜੋ ਵੀ ਕਰਨਾ ਤੁਸੀਂ ਸ਼ਮੂਨ ਸਾਹਿਬ ਦਾ ਜੀ, ਆਬਾਦ ਅਲੀ ਸਾਹਿਬ ਦਾ ਬਦਲ। अच्छा, इसका दूसरा नाम समून या शमून? ਸ਼ਨਾਖਤੀ ਕਾਰਡ ਬਦਲਿਆ, ਸ਼ਨਾਖਤੀ ਕਾਰਡ ਬਦਲਿਆ ਜੀ ਇਸ ਵਾਰ। ਅਸੀਂ ਤਾਂ ਇਹੋ ਹੀ ਕਰ ਸਕਦੇ, ਸਾਰਾ ਫੌਤ ਹੋਣ ਤੋਂ ਨਾ ਪਹਿਲੇ ਉਹਦੀਆਂ ਬੱਚੀਆਂ, ਇਹਨਾਂ ਦੂਸਰੇ ਭਾਈਆਂ ਦੇ ਬੱਚੇ ਵੀ ਹੈਗੇ ਆ, ਉਹ ਜਾਂਦੇ ਆ ਕੋਈ ਮੋਟਰਸਾਈਕਲ ਕੋ ਕਰਤੇ, ਉਹਨੇ ਆਪਣੀ ਬੱਚੀਆਂ ਨੂੰ ਮੋਟਰਸਾਈਕਲ ਲੈ ਕੇ ਦਿੱਤਾ ਸੀ, ਆਪਣੀ ਮਿਹਨਤ ਮਜ਼ਦੂਰੀ ਕਰਤੇ। ਤੇ ਫਿਰ ਇੱਕ ਦਿਨ ਮੈਨੂੰ ਕਹਿੰਦਾ ਯਾਰ ਸਰਦੀਆਂ ਆਉਣ ਡਈਆਂ ਵਾ, ਆਪਾਂ ਆਪਣੀ ਬੱਚਿਆਂ ਨੂੰ ਨਾ ਗੱਡੀ ਲੈ ਕੇ ਦੇਣੀ ਕਾਰ, ਵੀ ਚਲੋ ਬੱਚੀਆਂ ਸਾਡੀਆਂ ਸਕੂਲੇ ਜਾਣਗੀਆਂ, 4-5 ਹੈਗੀਆਂ ਬਹਿ ਕੇ ਚੱਲ ਜਾਣਗੀਆਂ। ਤੇ ਉਹਦੇ ਐਡਾ ਖਿਆਲ ਖਵਾ ਸੀ ਬੱਚਿਆਂ ਦੇ ਹੱਕ 'ਚ ਕਿ ਗਰੀਬ ਦੇ ਹੱਕ ਵਿੱਚ। ਤੇ ਇਸ ਬੰਦੇ ਦੀ ਵਜ੍ਹਾ ਤੋਂ ਸਾਡਾ ਨਿਜ਼ਾਮ ਅੱਗੇ, ਇਸ ਬੰਦੇ ਨੇ ਉੱਥੋਂ ਜੋਧਾਂ 'ਚ ਉੱਠ ਕੇ ਆਏ ਨੇ, ਇੱਥੇ ਆ ਕੇ ਵੀ ਹਰ ਬੰਦੇ ਨੇ ਰੋਕਿਆ ਵੀ ਇਹ ਪਿੰਡ ਨੂੰ ਨਾ ਖਰਾਬ ਕਰ। ਇਸ ਬੰਦੇ ਨੇ ਉਹੀ ਭੱਤਾ ਵਸੂਲੀ ਸ਼ੁਰੂ ਕੀਤੀ। 4 ਤੋਂ ਸਾਡੀ 5 ਕਰੋੜ ਰੁਪਇਆ CPO ਸਾਹਿਬ ਦੇ ਨਾਲ ਅਪੀਲ ਆ, ਮਰੀਮ ਨਵਾਜ਼ ਸਾਹਿਬਾ ਦੇ ਕੋਲ ਅਪੀਲ ਆ ਕਿ ਅਸੀਂ ਗਰੀਬ ਬੰਦੇ, ਅਸੀਂ ਦੱਸੋ ਕਿੱਥੇ ਜਾਈਏ। ਅੱਗੇ ਉਹਨੇ ਆਪਣਾ ਚਾਚਾ ਮਾਰ ਕੇ ਦੂਸਰੀ ਪਾਰਟੀ ਤੇ ਪਾਤਾ, ਹੁਣ ਉਹ ਸਾਡੇ ਦੇ ਲੋਕੀ ਇਹ ਦੱਸਣ ਡੇ ਉਹਨਾਂ ਨੇ ਆਪਣਾ ਕੋਈ ਹੋਰ ਦੋਸਤ ਮਾਰ ਕੇ, ਕੋਈ ਨਸ਼ਈ ਕੋਈ ਦੋਸਤ ਮਾਰ ਕੇ ਤੁਹਾਡੇ ਤੇ ਪਾ ਦੇਣਾ। ਅਸੀਂ ਦੱਸੋ ਕਿਹਦੇ ਕੋਲ ਜਾਈਏ, ਜੇ ਇਸ ਮੁਲਕ ਵਿੱਚ ਇਨਸਾਫ ਨਹੀਂ ਤੇ ਅਸੀਂ ਕਿਹਦੇ ਕੋਲ ਇਨਸਾਫ ਲਈਏ? ਇਸ ਬੰਦੇ ਨੇ ਭਾਈ ਸਾਡੇ ਪਿੰਡ ਦੇ ਵਿੱਚ ਗਰੀਬਾਂ ਬੰਦਿਆਂ ਦਾ ਜਗ੍ਹਾ ਦੇਣ ਦੇ ਲਾਲਚ ਨਾਲ 4-5 ਕਰੋੜ ਰੁਪਇਆ ਜ਼ਬਤ ਕੀਤਾ। ਜੇ ਇਸ ਘਰ ਦੇ ਵਿੱਚ ਇਹ ਰਹਿ ਰਿਹਾ, ਉਹ ਘਰ ਵੀ ਕਿਸੇ ਦਾ ਜ਼ਬਰਦਸਤੀ ਮੱਲਿਆ ਵਾ। ਇਹ ਜਿਹੜਾ ਤੁਸੀਂ ਕੁਝ ਦੱਸ ਰਹੇ ਹੋ, ਇਹ ਰਿਕਾਰਡ ਤੇ ਹੈਗਾ ਵਾ ਕੋਈ ਦਰਖਾਸਤਾਂ, ਕੋਈ ਪਰਚੇ ਦੇ ਖਿਲਾਫ ਜਿਹੜੇ, ਤੇ ਫਿਰ ਪੁਲਿਸ ਇਹਨਾਂ ਨੂੰ ਹੱਥ ਕਿਉਂ ਨਹੀਂ ਪਾਉਂਦੀ ਇਦਾਂ ਦੇ? ਭਾਈ ਆ ਜਿਹੜੀਆਂ ਅਸੀਂ ਆ ਦੇਖੋ ਦਰਖਾਸਤਾਂ ਦਿੱਤੀਆਂ ਵਾ, CPO ਸਾਹਿਬ ਦੇ ਵੀ ਅਸੀਂ ਦਰਖਾਸਤ ਸੀ। 22 ਤਰੀਕ ਵਾਲੇ ਦਿਨ ਇਹਨਾਂ ਨੇ ਸਾਡੇ ਨਾਲ ਮਕੂਆ ਕੀਤਾ ਕਿ ਸਾਡੇ ਬੰਦੇ ਟਰਾਲੀਆਂ ਲੈ ਕੇ ਜਾ ਰਹੇ ਸੀ, ਇਹਨਾਂ ਨੇ ਸਾਡੇ ਭਾਈ ਕਰੇਨ ਵਾਲੇ ਨੂੰ ਉਤਾਰਿਆ। ਇਹ ਕੁਦਰਤ ਨੇ ਸਾਨੂੰ ਉਸ ਦਿਨ ਬਚਾ ਲਿਆ ਕਿ ਅਸੀਂ ਮੌਕੇ ਤੇ ਮਗਰ ਪਹੁੰਚ ਗਏ ਹਾਂ ਤੇ ਸਾਡੇ ਭਾਈ ਦਾ ਉਦੋਂ ਬਾਅਦ ਬਚਾ ਗਿਆ। ਦਰਖਾਸਤ ਆਨਲਾਈਨ ਜਿਹੜੀ ਇੱਥੇ ਰਿਕਾਰਡ ਆ ਥਾਣੇ ਦੇ ਵਿੱਚ, ਜਿਹੜੀ ਅਸੀਂ ਦਰਖਾਸਤ ਦਿੱਤੀ ਹੋ। ਇਸ ਤੋਂ ਪਹਿਲੇ ਵੀ ਮਤਲਬ ਫਾਇਰਿੰਗ ਕਰ ਚੁੱਕੇ ਨੇ ਤੁਹਾਡੇ ਤੇ? ਹਾਂਜੀ, ਫਾਇਰਿੰਗ ਕੀਤੀ, ਸਾਡਾ ਬੰਦਾ ਕਰੇਨ ਤੋਂ ਲਾਇਆ ਉੱਥੇ ਰੋਕ ਕੇ। ਇਹ ਤੇ ਕੁਦਰਤੀ ਗੱਲ ਸੀ ਕਿ ਅਸੀਂ ਸਾਰੇ ਆ ਰਹੇ ਸੀ ਟਰਾਲੀਆਂ ਲੈ ਕੇ, ਕੋਈ
ਮੈਂ ਸੈਲਰੀ ਵਾਲੀ ਮਸ਼ੀਨ ਤੇ ਮੇਰੀ ਡਿਊਟੀ ਸੀ, ਮੈਂ ਮਗਰ ਜਾ ਰਿਹਾ ਤੇ ਅਸੀਂ ਇਕੱਠੇ ਹੋ ਗਏ ਤੇ ਉਸ ਦਿਨ ਸਾਡਾ ਬੰਦਾ ਬਚ ਗਿਆ। ਉਸ ਦਿਨ ਦੀ ਵੀ ਅਸੀਂ ਦਰਖਾਸਤ ਥਾਣੇ ਜਿਹੜੀ ਦਿੱਤੀ ਹੈ 22 ਤਰੀਕ ਵਾਲੇ ਦਿਨ ਦੀ। मुद्दई मुकदमा, दोस्त अहबाब, अहले इलाका सरापा एहतजाज हैं, सरापा सवाल हैं। आखिर इन दरिंदों को नकेल कब डाली जाएगी? ज़मीन जायदाद, धौंस, धमकी, कब्ज़ा माफिया, इन लोगों को आखिर मासूम लोगों पे कब तक मुसल्लत रखा जाएगा? कब तक ये लोग ज़मीन के टुकड़ों की खातिर लोगों की जानें लेते रहेंगे और दरिंदगी का ये बाज़ार गर्म रखेंगे? न्यूज़ नेटवर्क के सीनियर रिपोर्टर हैं समुंदरी में वकास जमील, जिन्होंने इस कत्ल की खबर को ब्रेक किया। थाना तरखानी में जो वारदात हुई कत्ल की और फिर उसका फॉलो अप भी लिया। उनकी गहरी नज़र भी है ओवरऑल समुंदरी के क्राइम पे। वकास से बात करते हैं। वकास, बताइएगा कि ये जो जायदाद के तनाज़े पे कत्ल हुआ, किस तरह से ये सारा वाक़या पेश है? बहुत शुक्रिया जी। देखिए, ये जो देहाती इलाके होते हैं ना, इनमें क्योंकि ज़राई रकबा जाते हैं, तो इस हवाले से देखा जाए तो इस तरह के केसेस जो हैं वो मामूल हैं। ज़मीन के तनाज़ात जिसमें देखा जाए, प्लॉट के और इस तरह की चीज़ें जो हैं वो काफ़ी होती हैं। तो ये केस भी इसी तरह से हुआ था कि इनका आपस में ज़मीन का तनाज़ा था और ज़मीन के तनाज़े में ये फायरिंग की गई है, जिसके नतीजे में जो है वो एक शख्स जो है वो जाँ बक हुआ है। हुआ इस तरह से था कि क्योंकि आजकल मौसम भी काफ़ी ज़्यादा ख़राब है, धुंध थी, तो ये शख्स जो है वो, जो हमें पता चला था कि ये गुज़र रहा था और मुखालफी ने जो है इस पर फायरिंग की और फायर जो है इसके पेट में लगा और उसके बाद जो है वो, पहले तो ये इतलात आ रही थी कि ये ज़ख्मी है और लेकिन बाद में फिर ये पता चला कि ये जान की बाजी हार गया। बैकग्राउंड पे इसके देखा जाए तो ये ज़मीन का तनाज़ा था, ज़मीन का उनका कोई लेन देन था, उसी वजह से ये जो है वो फायरिंग हुई। अभी जो फर्दर देखा जाए तो पुलिस ने मुलजमान भी गिरफ़्तार किए हैं और उम्मीद है कि जिनके साथ नाइंसाफ़ी हुई है उनको जो है इंसाफ मिलेगा। अच्छा वकास, मुझे बताइए कि हमें ये इतलात हैं कि ये बाकायदा एक ग्रुप है, दोनों तरफ जो हैं वो काफ़ी लोग हैं, मतलब एक ग्रुप इधर है एक ग्रुप उधर है, तो दोनों में काफ़ी अरसे से तनाव की कैफियत थी और फिर इनकी पहले भी आपस में कोई मुकदमाबाजी भी चल रही थी। ये क्या मामला है? देखिए, ये तशवीशनाक सूरत हाल है कि ग्रुप्स होते हैं, उनमें लड़ाइयाँ होती हैं, झगड़े होते हैं, कत्ल गारत भी होती है और सज़ा भी हो जाती है, लेकिन उसके बावजूद जो है वो जुर्म जो है वो उसी तरह से कायम रहता है। उसी तरह से जब जेल ख़त्म होती है, सज़ा ख़त्म होती है, तो दोबारा से वो सर उठा लेता है। तो इनके साथ भी तकरीबन यही था कि दो ग्रोह हैं आपस में और पुलिस ने जो उनसे जो इन्फॉर्मेशन मिली है कि काफ़ी अरसे से इनका आपस में जो है वो झगड़े भी चल रहे थे, इनके आपस में जो है वो केसेस भी थे, एक दूसरे पर मुकदमा जात भी करवाए गए थे। सेम इसी तरह से था ये, तो काफ़ी तशवीशनाक ये सूरत हाल है। असल चीज़ जो देखी जाए तो ये देखने वाली बात है कि जुर्म जो है वो ख़त्म क्यों नहीं हो रहा, आपस में लड़ाइयाँ हो रही हैं। अगर देहातों में देखा जाए तो काफ़ी हद तक ये चीज़ें होती हैं कि जो मसालियाती कमेटी है या पंचायत है वो इन चीज़ों को जो है वो ख़त्म करवा देती है, लेकिन बदकिस्मती से इनके साथ जो है इस तरह से नहीं हुआ, आपस में कोई इनका जो तनाज़ा ख़त्म नहीं हुआ और मज़ीद जो है एक जान जो है वो ज़ाया हुई है इसमें। आप बाकायदा इस केस का फॉलो अप भी साथ साथ ले रहे हैं। खुदा न खास्ता कोई ऐसे मामला तो नहीं है कि फ़्यूचर में भी इसी केस को लेके, इसी तनाज़े को लेके मज़ीद कोई ऐसी खूनरेज़ी हो सके? पुलिस इस मामले में किस हद तक इन्वॉल्वमेंट करके जो है वो इसकी कंटेनमेंट कर रही है? देखिए, पुलिस जो है वो या तो मुलजमान को गिरफ़्तार कर सकती है या फिर जो है वो केस के एविडेंस वो तलाश करेगी और जिन्होंने जुर्म किया है उनको सज़ा दिलवा सकती है। लेकिन असल चीज़ ये है कि इस देहाती इलाकों में ऐसे जैसे कि समंदरी है, देहात हैं, जो यहाँ के लोग हैं, अवाम है, जिनका इन्फ्लुएंस है, उनको चाहिए कि वो किरदार अदा करें और इसको जो है तनाज़े को जड़ से ख़त्म करें। उनके आपस में अगर सुलह हो जाए तो मेरा ख्याल है कि इस तरह से दोबारा नहीं हो सकता। या फिर ये होता है कि अगर जिनके साथ ज़्यादती हुई है उनको इंसाफ मिल जाता है तो किसी हद तक ये चीज़ें जो हैं वो ख़त्म हो सकती हैं। वकास, आप समुंदरी का सदर सिटी और ये तरखानी सारा एरिया आप कवर करते हैं। देही इलाकों में ये जायदाद, ज़मीन और वो छोटी छोटी बातों पे तनाज़ात जो हैं, ये पूरा ख़ानदान उजड़ जाता है, कई नस्लें गुजर जाती हैं। आखिर इसकी वजूहात क्या हैं? क्या मुहर्रिकात हैं कि ये चीज़ कम होने की बजाय दिन ब दिन जो है वो बढ़ती जा रही है? देखिए जी, समंदरी की अगर हम बात करें ना तो समंदरी में ये चीज़ें जो हैं वो उस तरह से नहीं हैं जिस तरह से अगर सराउंडिंग एरिया में देखा जाए।
यहाँ पे जराइम की जो रेशो है, कत्ल व गारत की रेशो है, वो कुछ बेहतर है। उसकी वजह ये भी है कि लोग पढ़े लिखे हैं और तालीम याफ्ता हैं, दूसरा नौकरी पेशा है, ज़राई रकबा जाते हैं, लेकिन उसके बावजूद क्योंकि जहाँ पे इंसान होता है, मुआशरा बसता है, वहाँ पे जुर्म तो होते हैं, तो उस हद तक नहीं है जिस तरह से दूसरे इलाकों में काफ़ी ज़्यादा यहाँ पर कंट्रोल है। लेकिन उसके बावजूद जो है वो जुर्म हो रहे हैं, और जहाँ पर ज़मीन होती है, जान होती है, ज़ार होते हैं, वहाँ पर ये चीज़ें जो हैं वो जन्म लेती हैं, होते हैं। लेकिन बात वही है कि इनको ख़त्म करने के जो है वो गवर्नमेंट का भी इसमें रोल होना चाहिए, हमारा बतौर इंसान भी इसमें, मुआशरे का भी हमें रोल अदा करना चाहिए कि जुर्म जो है वो कम से कम होना चाहिए। अगर हो गया है तो उसको वजह तलाश करें उसकी, उसको कम करने की कोशिश करें, उसको ख़त्म करने की कोशिश की जानी चाहिए। अच्छा, समुद्री के लेवल पे, अगर तहसील लेवल पे हम देखें तो किस किस्म का क्राइम जो है वो ज़्यादा है? जैसे कि स्ट्रीट क्राइम है, इसको हम करें, ये ज़मीन जायदाद का तनाज़ात हैं, ये है, चोरी डकैती की वारदातें हैं, या कोई लड़ाई झगड़े की हैं, आप क्या समझते हैं कि कौन सा ऐसा क्राइम है जो सबसे ऊपर है और कौन सा ऐसा क्राइम है जिसकी रेशो सबसे कम है? ये अच्छा सवाल है आपका। ये अगर देखा जाए तो जिस वक्त हम यहाँ पे खड़े हुए हैं, तरखानी का इलाका है, यहाँ पर को पिछले 6 माह से जुर्म डकैती जो है वो काफ़ी ज़्यादा कंट्रोल नज़र आ रही है, बहुत कम डकैती हो रही हैं। ओवरऑल अगर पूरे समुद्री की बात करें तो डकैतियाँ ज़्यादा होती हैं, स्ट्रीट क्राइम होते हैं, चोरी की वारदातें तो मामूल हैं, हर इलाके में हो रही हैं। लेकिन ये जिस तरह से कत्ल है, ये कदों का वाक़यात होते हैं, लेकिन उसके बावजूद उस तरह से मैंने पहले भी आपको बताया कि उस तरह से नहीं हो रहा जिस तरह से दूसरे इलाकों में होते हैं, काफ़ी ज़्यादा कम है। मुरीद वाला जो है वो काफ़ी ज़्यादा उसमें डकैतियाँ हो रही हैं, और सदर का क्योंकि इलाका बड़ा है लेकिन उसके बावजूद वो भी अब तक जो है वो कंट्रोल नज़र आ रहा है। तरखानी जो है वो कंट्रोल है, सिटी में काफ़ी ज़्यादा हो रही हैं, सिटी एरिया में काफ़ी होती हैं, और सिटी एरिया में लड़ाई झगड़े के वाक़यात भी होते हैं। वो ओवरऑल यही देखा जाए क्योंकि एक इंसानों में अदम बर्दाश्त हो रही है और बर्दाश्त करने की क़ुव्वत जो वो ख़त्म हो रही है शहरी इलाकों में, ख़ास तौर पर। देहातों में ये चीज़ें जो हैं वो अभी भी मौजूद हैं कि लोग एक दूसरे को बर्दाश्त करते हैं। सिटी एरिया में लड़ाई झगड़े होते हैं और डकैती की वारदातें जो हो रही हैं। अच्छा, आखिर में वापस इसी केस पे बात करते हैं कि इस केस का जो है वो अहले इलाका पे क्या इम्पैक्ट है? खौफ व हरास की फ़िज़ा है, या फ्यूचर में इसको कम होता देख रहे हैं या ये आगे जाएगा? देखिए, मेरा ख्याल इसको कम होना चाहिए, खौफ और हरास को कम होना चाहिए, लेकिन उसके बावजूद यहाँ पे कत्ल होता है या कोई इस तरह का वाक़या होता है, एक दफ़ा जो है वो मुआशरे में इसका इम्पैक्ट तो पड़ता है, लेकिन मेरा ख्याल है कि इसको कम होना चाहिए और इंशाल्लाह इसको ये है कम भी होगा। ज़रा सी बर्दाश्त और हौसला जो है वो बहुत सारे मसाइल का हल है। वकास जमील हमारे साथ मौजूद थे, उन्होंने बड़ी तफसील से इस केस पे रोशनी डाली और बताया कि किस तरह जायदाद का तनाज़ा एक मासूम की। टीम मुजरिम कौन ने आज आपको दिखाया कि फैसलाबाद के थाना तरखानी के इलाका में किस तरह जायदाद के तनाज़े पे एक शख्स की जान चली गई। एक शख्स जो 5 छोटी छोटी मासूम बच्चियों का वालिद था, घर का कफ़ील था, उन बच्चियों का मुस्तकबिल क्या होगा, इस ख़ानदान की कफ़ालत का ज़िम्मा किसके सर पे होगा, ये ज़रा सी बातों पे झगड़े और कत्ल जो है ये हमें किस जगह पे ले जाएंगे, ये सोचने की बात है। ज़रा सा हौसला, ज़रा सी रवादारी और ज़रा सा पेशेंस ऐसे बहुत से नाखुशगवार वाक़यात से बचा सकता है। इसी के साथ टीम मुजरिम कौन को दीजिए इजाज़त। अल्लाह हाफ़िज़।